ਤੁਸੀਂ ਸੁਣ ਰਹੇ ਹੋ ਭਾਈ ਦਲਜੀਤ ਸਿੰਘ ਬਿੱਟੂ ਦੀ ਲਿਖੀ ਪੁਸਤਕ ਖਾੜਕੂ ਸੰਘਰਸ਼ ਦੀ ਸਾਖੀ ਭਾਗ ਦੂਜਾ ਸਾਧਨ ਸਬੱਬ ਸਿਦਕ ਅਤੇ ਸ਼ਹਾਦਤ। ਪੰਜਵੇਂ ਭਾਗ ਵਿੱਚ ਸੁਣੋ ਬੈਂਕ ਦੀ ਕੋਖ ਅਤੇ ਬੈਂਕ ਮਾਂਜਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਂਕ ਦੀ ਕੋਖ। ਖਾੜਕੂ ਸੰਘਰਸ਼ ਦੌਰਾਨ ਪੈਸੇ ਦੇ ਕਈ ਸਾਧਨਾਂ ਵਿੱਚੋਂ ਬੈਂਕ ਮਾਂਜਣਾ ਵੀ ਇੱਕ ਸਾਧਨ ਸੀ। ਕਈ ਤਰ੍ਹਾਂ ਦੇ ਬੈਂਕ ਹੁੰਦੇ ਹਨ, ਜਿਵੇਂ ਸਹਿਕਾਰੀ ਬੈਂਕ, ਖੇਤੀਬਾੜੀ ਬੈਂਕ ਤੇ ਸਰਕਾਰੀ ਬੈਂਕ। ਅਸੀਂ ਜ਼ਿਆਦਾਤਰ ਸਰਕਾਰੀ ਬੈਂਕਾਂ ਨੂੰ ਹੀ ਹੱਥ ਪਾਉਂਦੇ ਸੀ। ਜਿੰਨੇ ਕੋ ਪੈਸੇ ਦੀ ਲੋੜ ਹੁੰਦੀ ਸੀ ਉਸ ਮੁਤਾਬਕ ਬੈਂਕ ਚੁਣ ਲਿਆ ਜਾਂਦਾ ਸੀ। ਛੋਟੇ ਥਾਵਾਂ ਉੱਤੇ ਪੈਸਾ ਘੱਟ ਹੁੰਦਾ ਹੈ ਤੇ ਪਹਿਰੇਦਾਰੀ ਵੀ ਘੱਟ ਹੁੰਦੀ ਹੈ। ਵੱਡੀਆਂ ਬ੍ਰਾਂਚਾਂ ਵਿੱਚ ਇਸ ਤੋਂ ਉਲਟ ਹੁੰਦਾ ਹੈ। ਉਸ ਵੇਲੇ ਇਹ ਕੰਮ ਸਾਨੂੰ ਸੌਖਾ ਲੱਗਦਾ ਸੀ, ਪਰ ਅਸਲ ਵਿੱਚ ਕਦੇ ਵੀ ਸੌਖਾ ਨਹੀਂ ਹੁੰਦਾ। ਸਾਨੂੰ ਵੀ ਇਹਦੇ ਲਈ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਸੀ ਅਤੇ ਗਿਣੇ ਮਿੱਥੇ ਤਰੀਕੇ ਨਾਲ ਕਰਨਾ ਪੈਂਦਾ ਸੀ। ਬੈਂਕਾਂ ਨੂੰ ਮਾਂਜਾ ਲਾਉਣਾ ਪਹਿਲਾ ਜ਼ਰੂਰੀ ਹਿੱਸਾ ਉਹਨਾਂ ਦੀ ਘੋਖ ਕਰਨਾ ਹੁੰਦਾ ਸੀ ਅਤੇ ਦੂਜਾ ਇਹ ਕੰਮ ਨੂੰ ਵਿਉਂਤ ਬਣਾ ਕੇ ਸਿਰੇ ਚੜਾਉਣਾ। ਕਿਸੇ ਬੈਂਕ ਜਾਂ ਬੰਦੇ ਦੀ ਘੋਖ ਕਰਨੀ ਬੜਾ ਅਕਾਊ ਅਤੇ ਥਕਾਉਣ ਵਾਲਾ ਕੰਮ ਹੁੰਦਾ ਹੈ। ਇਸ ਵਿੱਚ ਖਤਰਾ ਹੁੰਦਾ ਹੈ ਕਿ ਕਿਸੇ ਨੂੰ ਸ਼ੱਕ ਨਾ ਹੋ ਜਾਵੇ, ਪਰ ਮਿਹਨਤ ਬਿਨਾਂ ਕੁਝ ਵੀ ਸਿਰੇ ਨਹੀਂ ਚੜ੍ਹਦਾ। ਅਸੀਂ ਆਪਣੇ ਹਰ ਟੀਚੇ ਦੀ ਸੰਭਵ ਹੱਦ ਤੱਕ ਵਿਸਥਾਰ ਨਾਲ ਜਾਣਕਾਰੀ ਲੈਂਦੇ ਸੀ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਸੀ। ਸਿਰਫ 2-3 ਥਾਵਾਂ 'ਤੇ ਹੀ ਸਾਡੇ ਜਥੇ ਨੇ ਇੱਕੋ ਦਿਨ ਦੀ ਘੋਖ ਕਰਕੇ ਉਸੇ ਦਿਨ ਮਾਂਜ ਦਿੱਤਾ। ਇਹ ਬੈਂਕ ਛੋਟੇ ਅਤੇ ਸੁਰੱਖਿਅਤ ਜਾਪਦੇ ਸਨ ਅਤੇ ਇਹ ਕੰਮ ਅਸੀਂ ਕਿਸੇ ਯੋਜਨਾਬੰਦੀ ਵਿੱਚ ਨਹੀਂ ਕੀਤੇ। ਚਲੋ ਸਾਡੇ ਸਾਹਮਣੇ ਆ ਰਿਹਾ ਹੈ ਤਾਂ ਇਹਨੂੰ ਆਪਣੀ ਲਪੇਟ ਵਿੱਚ ਲੈ ਲਈਏ, ਕਿਉਂਕਿ ਪੈਸੇ ਦੀ ਸਦਾ ਥੋੜ੍ਹ ਹੀ ਹੁੰਦੀ ਸੀ ਤੇ ਦੇਣਦਾਰੀਆਂ ਬਹੁਤ ਹੁੰਦੀਆਂ ਸਨ। ਘੋਖ ਦਾ ਅਮਲ। ਜ਼ਰੂਰਤ ਮੁਤਾਬਕ ਕਿਸੇ ਬੈਂਕ ਦੀ ਚੋਣ ਕਰਨੀ ਅਤੇ ਬਾਅਦ ਵਿੱਚ ਕਾਰਵਾਈ ਨੂੰ ਸਿਰੇ ਚੜਾਉਣ ਲਈ ਇਹ ਬਹੁਤ ਕੰਮ ਹੁੰਦਾ ਹੈ ਕਿ ਸਾਰੇ ਹਾਲਾਤ ਨੂੰ ਧਿਆਨ ਨਾਲ ਵਾਚਿਆ ਜਾਵੇ ਅਤੇ ਹਰ ਸੰਭਵ ਅਣਹੋਣੀ ਬਾਰੇ ਸੋਚਿਆ ਜਾਵੇ। ਕਈ ਵਾਰ ਇਹ ਕੰਮ ਇੱਕ ਦਿਨ ਵਿੱਚ ਹੋ ਜਾਂਦਾ ਹੈ, ਕਈ ਵਾਰ ਮਹੀਨੇ ਵੀ ਲੱਗ ਸਕਦੇ ਹਨ। ਇਸ ਵਿੱਚ ਸਭ ਤੋਂ ਪਹਿਲਾਂ ਇਹ ਅੰਦਾਜ਼ਾ ਲਾਉਣਾ ਕਿ ਬੈਂਕ ਵਿੱਚ ਕਿੰਨੀ ਰਕਮ ਹੋ ਸਕਦੀ ਹੈ, ਆਲੇ ਦੁਆਲੇ ਵਿੱਚ ਬੈਂਕ ਦੀ ਲੋੜ ਅਤੇ ਮਾਨਤਾ ਕਿਹੋ ਜਿਹੀ ਹੈ। ਇਸ ਤੋਂ ਬਾਅਦ ਇਹ ਦੇਖਣਾ ਕਿ ਬੈਂਕ ਕਿਹੋ ਜਿਹੀ ਜਗ੍ਹਾ 'ਤੇ ਹੈ, ਉਸ ਨੂੰ ਕਿਹੋ ਜਿਹੀ ਪਹੁੰਚ ਹੈ, ਕਿੰਨੀਆਂ ਗਲੀਆਂ ਜਾਂ ਸੜਕਾਂ ਲੱਗਦੀਆਂ ਹਨ ਅਤੇ ਉਸ ਥਾਂ ਤੋਂ ਬਾਹਰ ਨਿਕਲਣ ਲਈ ਕਿੰਨੇ ਰਸਤੇ ਹਨ। ਫਿਰ ਇਹ ਵੇਖਣਾ ਕਿ ਉਸ ਦੇ ਨੇੜੇ ਤੇੜੇ ਕੋਈ ਚੌਂਕੀ, ਥਾਣਾ ਜਾਂ ਪੱਕਾ ਨਾਕਾ ਤਾਂ ਨਹੀਂ ਹੈ। ਫਿਰ ਬੈਂਕ ਦੇ ਸੁਰੱਖਿਆ ਪ੍ਰਬੰਧ ਬਾਰੇ ਦੇਖਣਾ। ਛੋਟੇ ਬੈਂਕਾਂ ਵਿੱਚ ਆਮ ਤੌਰ 'ਤੇ ਇੱਕ ਦੁਨਾਲੀ ਵਾਲਾ ਪਹਿਰੇਦਾਰ ਹੀ ਹੁੰਦਾ ਸੀ ਅਤੇ ਕੁਝ ਵੱਡੇ ਬੈਂਕਾਂ ਵਿੱਚ 2 ਬੰਦੇ ਹੁੰਦੇ ਸਨ। ਬੈਂਕ ਦੇ ਪਹਿਰੇਦਾਰ ਆਮ ਤੌਰ 'ਤੇ ਸਾਬਕਾ ਫੌਜੀ ਹੀ ਹੁੰਦੇ ਹਨ ਅਤੇ ਇਹਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਜੇਕਰ ਉਹਨਾਂ ਨੂੰ ਸੰਭਲਣ ਦਾ ਮੌਕਾ ਵੀ ਮਿਲ ਜਾਵੇ ਤਾਂ ਜਜ਼ਬਾਤ ਵਿੱਚ ਆ ਕੇ ਮਰ ਸਕਦੇ ਹਨ, ਕਿਉਂਕਿ ਇਹਨਾਂ ਨੇ ਫੌਜੀ ਹੋਣ ਦਾ ਮਾਣ, ਆਪਣੇ ਦੇਸ਼ ਪ੍ਰੇਮ ਦਾ ਪਾਠ ਪੜ੍ਹਿਆ ਹੁੰਦਾ ਹੈ। ਸਾਡੇ ਜਥੇ ਵਿੱਚੋਂ ਸੁਖਵਿੰਦਰ ਸਿੰਘ ਸ਼ਿੰਦੂ ਤੇ ਗੁਰਸ਼ਰਨ ਸਿੰਘ ਗਾਮਾ ਭਲਵਾਨ ਇਸ ਕੰਮ ਵਿੱਚ ਬਹੁਤ ਮਾਹਰ ਸਨ। ਸੁਖਵਿੰਦਰ ਸਿੰਘ ਸ਼ਿੰਦੂ ਬਹੁਤ ਤਕੜਾ ਅਤੇ ਇਸ ਕੰਮ ਵਿੱਚ ਮਾਹਰ ਸੀ ਕਿ ਉਹ ਇਕੱਲਾ ਵੀ ਅੱਖ ਝਪਕਦਿਆਂ ਹੀ ਪਹਿਰੇਦਾਰ ਤੋਂ ਹਥਿਆਰ ਖੋਹ ਲੈਂਦਾ ਸੀ। ਕਈ ਬੈਂਕ ਮਾਂਜਿਆਂ ਤੋਂ ਬਾਅਦ ਸਰਕਾਰ ਨੇ ਬੈਂਕਾਂ ਕੋਲ ਪੁਲਿਸ ਗਾਰਡ ਲਾਉਣੀ ਸ਼ੁਰੂ ਕਰ ਦਿੱਤੀ। ਉਹ ਮੋਟਰਸਾਈਕਲ 'ਤੇ 2 ਜਾਣੇ ਬੈਂਕ ਕੋਲ ਗੇੜਾ ਕੱਢਦੇ ਰਹਿੰਦੇ ਸਨ। ਵੱਡੇ ਬੈਂਕਾਂ ਨਾਲ ਪੱਕੀਆਂ ਗਾਰਦਾਂ ਲੱਗ ਗਈਆਂ ਸਨ। ਕਾਰਵਾਈ ਪਾਉਣ ਤੋਂ ਪਹਿਲਾਂ ਬੈਂਕ ਦੇ ਅੰਦਰ ਜਾ ਕੇ ਇਹ ਵੀ ਪਤਾ ਲਾਉਣਾ ਹੁੰਦਾ ਹੈ ਕਿ ਇਹ ਕਿੰਨਾ ਵੱਡਾ ਹੈ, ਕਿੰਨੇ ਕਮਰੇ ਹਨ। ਖਾਸ ਕਰਕੇ ਇਹ ਪਤਾ ਕਰਨਾ ਹੁੰਦਾ ਹੈ ਕਿ ਕੋਈ ਤਹਿਖਾਨਾ ਤਾਂ ਨਹੀਂ, ਇਸ ਦੇ ਕਿੰਨੇ ਪੱਕੇ ਮੁਲਾਜ਼ਮ ਹਨ। ਵੱਡੇ ਛੋਟੇ ਅਧਿਕਾਰੀ, ਖਜ਼ਾਨਚੀ ਦੀ ਪਛਾਣ ਕਰਨੀ। ਇਹ ਵੀ ਦੇਖਣਾ ਹੁੰਦਾ ਹੈ ਕਿ ਕਿੰਨੀਆਂ ਖਿੜਕੀਆਂ ਅਤੇ ਕੁਰਸੀਆਂ ਹਨ, ਚਲੰਤ ਮਾਇਆ ਦੀ ਕਿਹੜੀ ਅਲਮਾਰੀ ਹੈ ਅਤੇ ਰਾਖਵੇਂ ਪੈਸੇ ਦੀ ਕਿਹੜੀ ਅਲਮਾਰੀ ਹੈ। ਇਸ ਤੋਂ ਬਾਅਦ ਬਹੁਤ ਜ਼ਰੂਰੀ ਹੁੰਦਾ ਹੈ ਕਿ ਦੇਖਿਆ ਜਾਵੇ ਕਿੰਨੇ ਟੈਲੀਫੋਨ ਹਨ। ਉਸ ਵਕਤ ਮੋਬਾਈਲ ਨਹੀਂ ਸੀ ਹੁੰਦੇ। ਇਹ ਵੀ ਦੇਖਣਾ ਕਿ ਬੈਂਕ ਵਿੱਚ ਖਤਰੇ ਚੇਤਾਵਨੀ ਦਾ ਕੀ ਪ੍ਰਬੰਧ ਹੈ। ਉਹਨਾਂ ਦਿਨਾਂ ਵਿੱਚ 2 ਤਰ੍ਹਾਂ ਦੇ ਪ੍ਰਬੰਧ ਹੁੰਦੇ ਸਨ। ਇੱਕ ਤਾਂ ਮੈਨੇਜਰ ਦੇ ਕਮਰੇ ਵਿੱਚ ਅਲਾਰਮ ਦਾ ਬਟਨ ਹੁੰਦਾ ਸੀ, ਕਈ ਵਾਰ ਉਸ ਦੀ ਕੁਰਸੀ ਦੇ ਕੋਲ ਹੀ ਹੁੰਦਾ ਸੀ। ਕਈ ਖਾਸ ਥਾਵਾਂ 'ਤੇ
ਇਹ ਪ੍ਰਬੰਧ ਹੁੰਦਾ ਸੀ ਕਿ ਬੈਂਕ ਦਾ ਸਿੱਧਾ ਸੰਬੰਧ ਨੇੜਲੇ ਥਾਣੇ ਨਾਲ ਹੁੰਦਾ ਸੀ। ਇੱਕ ਬਟਨ ਦਬਾਉਣ ਤੇ ਘੰਟੀ ਸਿੱਧੀ ਥਾਣੇ ਵਿੱਚ ਵੱਜਦੀ ਸੀ ਅਤੇ ਤੁਹਾਨੂੰ ਕੁਝ ਪਤਾ ਨਹੀਂ ਸੀ ਲੱਗਦਾ, ਪਰ ਥਾਣੇ ਨੂੰ ਪਤਾ ਲੱਗ ਜਾਂਦਾ ਸੀ ਕਿ ਬੈਂਕ 'ਚ ਕੋਈ ਗੜਬੜ ਹੈ। ਕਈ ਥਾਈਂ ਇਹ ਬਟਨ ਵੱਡੇ ਛੋਟੇ ਅਧਿਕਾਰੀਆਂ ਦੇ ਪੈਰ ਕੋਲ ਹੁੰਦਾ ਸੀ ਤੇ ਦਿਸਦਾ ਨਹੀਂ ਸੀ। ਫਿਰ ਇਹ ਵੇਖਣਾ ਹੁੰਦਾ ਸੀ ਕਿ ਬਾਹਰੋਂ ਬੈਂਕ ਦੇ ਅੰਦਰ ਕੁਝ ਦਿਖਦਾ ਤਾਂ ਨਹੀਂ। ਜਿੱਥੇ ਦਿਸਦਾ ਹੁੰਦਾ ਸੀ ਉੱਥੇ ਬੈਂਕ ਮਾਂਜਣ ਲਈ ਪਹਿਲਾਂ ਪਰਦੇ ਖਿੱਚਣੇ ਪੈਂਦੇ ਸੀ। ਇਹ ਸਾਰੀਆਂ ਗੱਲਾਂ ਤੁਹਾਨੂੰ ਅੰਦਰ ਜਾ ਕੇ ਹੀ ਅਤੇ ਧਿਆਨ ਨਾਲ ਵੇਖਿਆ ਹੀ ਪਤਾ ਲੱਗਦੀਆਂ ਸਨ। ਮੈਨੇਜਰ ਅਤੇ ਖਜ਼ਾਨਚੀ ਦੇ ਕਮਰਿਆਂ ਵਿੱਚ ਵੀ ਕਿਸੇ ਬਹਾਨੇ ਜਾਣਾ ਪੈਂਦਾ ਸੀ ਤਾਂ ਕਿ ਅਲਾਰਮ ਦਾ ਪ੍ਰਬੰਧ ਪਤਾ ਲੱਗ ਸਕੇ। ਇਹ ਕੰਮ ਅਸੀਂ ਆਪ ਹੀ ਕਰਦੇ ਸੀ ਅਤੇ ਕੋਈ ਬਹਾਨਾ ਬਣਾ ਲੈਂਦੇ ਸੀ। ਕਈ ਵਾਰੀ ਖਾਤਾ ਖੋਲ੍ਹਣ ਦਾ, ਕਈ ਵਾਰੀ ਪੈਸੇ ਕਢਾਉਣ ਦਾ, ਕਈ ਵਾਰੀ ਪੈਸੇ ਬਦਲਾਉਣ ਦਾ ਪਤਾ ਕਰਨ ਦਾ ਤੇ ਕਈ ਵਾਰ ਪੱਤਰਕਾਰ ਬਣ ਕੇ ਵੀ ਇਹੋ ਜਿਹੀ ਜਾਣਕਾਰੀ ਇਕੱਠੀ ਕਰਦੇ ਸੀ। ਲੁਧਿਆਣੇ ਵਾਲੀ ਬੈਂਕ ਦਾ ਮਾਂਜਾ ਲਾਉਣ ਲਈ 3-4 ਮਹੀਨੇ ਹਰਜਿੰਦਰ ਸਿੰਘ ਜਿੰਦਾ, ਸਤਨਾਮ ਸਿੰਘ ਬਾਵਾ, ਚਰਨਜੀਤ ਸਿੰਘ ਤਲਵੰਡੀ ਤੇ ਮਨਜੀਤ ਸਿੰਘ ਮੰਜੂ ਨੇ ਪੂਰੀ ਕੋਸ਼ਿਸ਼ ਕੀਤੀ। ਇਸ ਕੰਮ ਨੂੰ ਪੂਰਾ ਕਰਨ ਲਈ ਉਹਨਾਂ ਨੇ ਬੈਂਕ ਦੇ ਸਾਹਮਣੇ ਕਿਰਾਏ ਤੇ ਇੱਕ ਦੁਕਾਨ ਵੀ ਲਈ, ਜਿਸ ਦਾ ਕਿਸੇ ਨੂੰ ਬਾਅਦ ਵਿੱਚ ਵੀ ਪਤਾ ਨਾ ਲੱਗਿਆ। ਇਹ ਵੀ ਪਤਾ ਲਾਇਆ ਜਾਂਦਾ ਸੀ ਕਿ ਕਿਹੜਾ ਸਮਾਂ ਬੈਂਕ ਮਾਂਜੇ ਲਈ ਸਭ ਤੋਂ ਬਿਹਤਰ ਹੈ, ਜਦੋਂ ਸਭ ਤੋਂ ਘੱਟ ਸੁਰੱਖਿਆ ਤੇ ਸਭ ਤੋਂ ਜ਼ਿਆਦਾ ਪੈਸਾ ਹੋਵੇ। ਅਸੀਂ ਕਿਸੇ ਵੀ ਸਮੇਂ ਮਾਂਜਾ ਲਾ ਦਿੰਦੇ ਸੀ, ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਵੀ। ਲੁਧਿਆਣੇ ਬੈਂਕ ਵਿੱਚ ਅਸੀਂ ਉਸ ਦੇ ਖੁੱਲ੍ਹਣ ਸਾਰ ਹੀ ਉਸ 'ਤੇ ਕਬਜ਼ਾ ਕਰ ਲਿਆ ਸੀ। ਬੰਬੇ ਵਿੱਚ ਅਸੀਂ ਇੱਕ ਬੈਂਕ ਦੇਰ ਸ਼ਾਮ ਨੂੰ ਹੌਲਾ ਕੀਤਾ। ਪੰਜਾਬ ਵਿੱਚ ਬੈਂਕਾਂ ਵਾਲੇ ਕਈ ਬੰਦੇ ਇਹ ਗੱਲ ਸੁਣ ਕੇ ਖੁਸ਼ ਹੁੰਦੇ ਸੀ ਤੇ ਆਪਣੀ ਹੱਦ ਤੋਂ ਬਾਹਰ ਜਾ ਕੇ ਸਾਡੀ ਮਦਦ ਕਰਨ ਤੱਕ ਜਾਂਦੇ ਸੀ। ਬੈਂਕ ਮਾਂਜੇ ਵਿੱਚ ਸਭ ਤੋਂ ਅਹਿਮ ਹੁੰਦਾ ਹੈ ਕਿ ਤੁਸੀਂ ਸਾਰੇ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਕਾਬੂ ਕਰ ਲਵੋ, ਪਰ ਉਹਨਾਂ ਨੂੰ ਕੋਈ ਔਖ ਮਹਿਸੂਸ ਨਾ ਹੋਵੇ ਤੇ ਆਪਣੀ ਜਾਨ ਦਾ ਕੋਈ ਖਤਰਾ ਨਾ ਲੱਗੇ। 2 ਨੁਕਤੇ ਸਦਾ ਧਿਆਨ ਵਿੱਚ ਰੱਖੀਦੇ ਸਨ ਕਿ ਘੱਟ ਤੋਂ ਘੱਟ ਸਮੇਂ ਦੀ ਵਰਤੋਂ ਕੀਤੀ ਜਾਵੇ ਤੇ ਹਥਿਆਰ ਵੀ ਘੱਟ ਤੋਂ ਘੱਟ ਹੀ ਦਿਖਾਏ ਜਾਣ। ਬਹੁਤੇ ਬੈਂਕ ਮਾਂਜਣ ਦਾ ਤਰੀਕਾ ਇਹੋ ਜਿਹਾ ਹੁੰਦਾ ਸੀ। ਨਿਸ਼ਚਿਤ ਸਮੇਂ ਬਿਲਕੁਲ ਤਿਆਰ ਹੋ ਕੇ ਜਾਣਾ। ਕਈ ਵਾਰ ਕੋਈ ਬੰਦਾ ਬਾਹਰ ਨਿਗਾਹ ਲਈ ਖੜਾ ਕੀਤਾ ਜਾਂਦਾ ਸੀ ਤੇ ਕਈ ਵਾਰ ਨਹੀਂ ਵੀ ਸੀ ਖੜਦਾ। ਸਾਰੇ ਅਲੱਗ-ਅਲੱਗ ਹੋ ਕੇ ਅੰਦਰ ਵੜਦੇ ਸੀ ਤੇ ਆਪਸ ਵਿੱਚ ਪੂਰੀ ਸਮਝਦਾਰੀ ਵਾਲੀ ਸਾਂਝ ਹੁੰਦੀ ਸੀ। ਅੱਖਾਂ ਦਾ ਇਸ਼ਾਰਾ ਹੀ ਹੁੰਦਾ ਸੀ। ਜਦੋਂ ਇੱਕੋ ਹੀ ਜਥੇ ਨੇ ਕਈ ਕੰਮ ਇਕੱਠਿਆਂ ਕੀਤੇ ਹੋਣ, ਉਹਨਾਂ ਦੇ ਦਿਲਾਂ ਤੇ ਦਿਮਾਗ ਦੀ ਇੱਕੋ ਜਿਹੀ ਸਮਝ ਬਣ ਜਾਂਦੀ ਹੈ। ਬਿਨਾਂ ਬੋਲਿਆਂ ਹੀ ਇੱਕ ਦੂਜੇ ਦੇ ਹਾਵ ਭਾਵ ਅਤੇ ਅਮਲ ਤੋਂ ਹੀ ਸਮਝ ਆ ਜਾਂਦੀ ਹੈ ਕਿ ਕੀ ਕਿਹਾ ਜਾ ਰਿਹਾ। ਖਤਰੇ ਅਤੇ ਤਣਾਅ ਵਾਲੀ ਸਥਿਤੀ ਵਿੱਚ ਤੁਹਾਡੇ ਵਿੱਚ ਇਹ ਇੱਕ ਤਰ੍ਹਾਂ ਦੀ ਸ਼ਾਂਤ ਵਾਰਤਾਲਾਪ ਬਣ ਜਾਂਦੀ ਹੈ, ਜੋ ਬੰਦਿਆਂ ਵਿੱਚ ਹੌਲੀ-ਹੌਲੀ ਬਹੁਤ ਵਿਕਸਿਤ ਹੋ ਜਾਂਦੀ ਹੈ ਅਤੇ ਇਹ ਤੁਹਾਡੀ ਕਾਮਯਾਬੀ ਦਾ ਰਾਜ ਹੋ ਨਿਬੜਦੀ ਹੈ। ਜਦੋਂ ਮੈਨੂੰ ਇੱਕ ਵਾਰ ਪੁਲਿਸ ਨੇ ਘੇਰ ਲਿਆ ਤੇ ਸਾਰੇ ਪਾਸੇ ਪੁਲਿਸ ਹੀ ਪੁਲਿਸ ਸੀ, ਤਾਂ ਜਿਸ ਤਰ੍ਹਾਂ ਦੂਰੋਂ ਸੁਖਵਿੰਦਰ ਸਿੰਘ ਸੰਧੂ ਮੇਰੇ ਵੱਲ ਤੁਰਿਆ ਆ ਰਿਹਾ ਸੀ ਅਤੇ ਜਿਸ ਤਰ੍ਹਾਂ ਜਿੰਦੇ ਨੇ ਕਾਰ ਚਾਲੂ ਕੀਤੀ, ਤਾਂ ਮੈਨੂੰ ਸਮਝ ਆ ਗਿਆ ਕਿ ਹੁਣ ਤਾਬੜਤੋੜ ਗੋਲੀਬਾਰੀ ਕਰਨੀ ਹੈ। ਅਸੀਂ ਤਿੰਨਾਂ ਨੇ ਇੰਜ ਹੀ ਕੀਤਾ। ਸਾਡੇ ਇਸ ਗੁਪਤ ਵਾਰਤਾਲਾਪ ਨਾਲ ਉੱਥੇ ਖੜੇ ਦਰਜਨਾਂ ਪੁਲਿਸ ਵਾਲੇ ਖੜੇ ਹੀ ਰਹਿ ਗਏ ਅਤੇ ਅਸੀਂ ਚੰਦ ਪਲਾਂ 'ਚ ਧੂਆਂ ਧਾਰ ਕਰਕੇ ਨਿਕਲ ਗਏ। ਸਫਲ ਬੈਂਕ ਮਾਂਜੇ ਲਈ ਸਾਰੇ ਕੰਮ ਇੱਕੋ ਸਮੇਂ ਕਰਨੇ ਹੁੰਦੇ ਹਨ। ਇੱਕ ਬੰਦਾ ਮੈਨੇਜਰ ਕੋਲ ਜਾਂਦਾ ਹੈ ਤੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰਦਾ ਹੈ। ਇੱਕ ਬੰਦਾ ਖਜ਼ਾਨਚੀ ਕੋਲ ਖੜ ਜਾਂਦਾ ਹੈ ਅਤੇ 2 ਬੰਦੇ ਪਹਿਰੇਦਾਰ ਕੋਲ ਚਲੇ ਜਾਂਦੇ ਹਨ। ਕੰਮ ਦੀ ਸ਼ੁਰੂਆਤ ਪਹਿਰੇਦਾਰ ਦੀ ਬੰਦੂਕ ਖੋਹਣ ਤੋਂ ਹੁੰਦੀ। ਇੱਕ ਬੰਦਾ ਪਹਿਰੇਦਾਰ ਤੇ ਪਿਸਤੌਲ ਤਾਣਦਾ ਤੇ ਦੂਸਰਾ ਉਸ ਤੋਂ ਬੰਦੂਕ ਖੋਹ ਲੈਂਦਾ ਸੀ। ਇਹਨਾਂ ਦੋਹਾਂ ਵਿੱਚੋਂ ਹੀ ਇੱਕ ਬੰਦਾ ਬੂਹੇ ਕੋਲ ਚਲਿਆ ਜਾਂਦਾ ਤਾਂ ਕਿ ਉਸ ਤੋਂ ਬਾਅਦ ਕੋਈ ਬਾਹਰ ਨਾ ਜਾ ਸਕੇ। ਜਿਹੜੇ ਅੰਦਰ ਆਉਂਦੇ ਹਨ ਉਹ ਹੋਰਨਾਂ ਵਾਂਗੂ ਚੁੱਪ ਕਰਾ ਕੇ ਬਿਠਾਏ ਜਾਂਦੇ ਹਨ। ਖਜ਼ਾਨਚੀ ਕੋਲ ਖੜਾ ਬੰਦਾ ਉਹਦੇ ਤੇ ਬੰਦੂਕ ਤਾਣਦਾ ਹੈ ਤੇ ਉਸ ਨੂੰ ਉੱਠ ਕੇ ਕੰਧ ਨਾਲ ਖੜੇ ਹੋਣ ਦਾ ਇਸ਼ਾਰਾ ਕਰਦਾ ਹੈ। ਮੈਨੇਜਰ ਨਾਲ ਗੱਲ ਕਰਦਾ ਬੰਦਾ ਵੀ ਹਥਿਆਰ ਕੱਢਦਾ ਹੈ ਤੇ ਮੈਨੇਜਰ ਨੂੰ ਸਮਝਾਉਂਦਾ ਹੈ ਕਿ ਅਲਾਰਮ ਵਾਲੀ ਗਲਤੀ ਨਹੀਂ ਕਰਨੀ। ਚੁੱਪਚਾਪ ਉਹਨੂੰ ਬਾਹਰ ਲੈ ਆਉਂਦਾ। ਜੇ ਪਰਦੇ ਲਾਉਣ ਦੀ ਜ਼ਰੂਰਤ ਹੋਵੇ ਤਾਂ ਪਰਦੇ ਲਾ ਦਿੱਤੇ ਜਾਂਦੇ। ਇੱਕ ਬੰਦਾ ਸਾਰੇ ਟੈਲੀਫੋਨ
ਅਤੇ ਅਲਾਰਮ ਬੰਦ ਕਰ ਦਿੰਦਾ ਜਾਂ ਤੋੜ ਦਿੰਦਾ। ਬਾਹਰ ਵਾਲਾ ਬੰਦਾ ਇਹ ਧਿਆਨ ਰੱਖਦਾ ਹੈ ਕਿ ਅੰਦਰ ਬਾਰੇ ਕੁਝ ਬਾਹਰ ਪਤਾ ਨਾ ਲੱਗੇ। ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਵੀ ਸਾਡਾ ਬੰਦਾ ਹੈ। ਬਹੁਤੀ ਵਾਰ ਬਾਅਦ ਵਿੱਚ ਵੀ ਉਸ ਬਾਰੇ ਪਤਾ ਨਹੀਂ ਲੱਗਦਾ ਸੀ। ਬੂਹੇ ਤੋਂ ਬਾਹਰ ਖੜਨ ਵਾਲਾ ਬੰਦਾ ਆਪਣੇ ਹਥਿਆਰ ਨੂੰ ਲੁਕਾਈ ਰੱਖਦਾ ਸੀ ਤਾਂ ਕਿ ਬਾਹਰੋਂ ਆਉਣ ਵਾਲਿਆਂ ਨੂੰ ਕੁਝ ਪਤਾ ਨਾ ਲੱਗੇ। ਕਈ ਵਾਰੀ ਬੈਂਕ ਦੇ ਹੋਰ ਬੂਹੇ ਵੀ ਹੋ ਸਕਦੇ ਸਨ, ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਲੁਧਿਆਣੇ ਵਾਲੀ ਬੈਂਕ ਵਿੱਚ ਅਸੀਂ ਦੋਵੇਂ ਵੱਡੇ ਬੂਹੇ ਖੁੱਲ੍ਹੇ ਰਹਿਣ ਦਿੱਤੇ ਸੀ ਕਿਉਂਕਿ ਇੱਥੇ ਸਾਡੇ ਕੋਲ ਪੁਲਿਸ ਵਾਲੀ ਵਰਦੀ ਵਿੱਚ ਸਾਡੇ ਸਿੰਘ ਸਨ ਜੋ ਬੂਹਿਆਂ 'ਤੇ ਤਾਇਨਾਤ ਹੋ ਗਏ ਤਾਂ ਕਿ ਕੋਈ ਸ਼ੱਕ ਨਾ ਕਰੇ। ਬੈਂਕ ਮਾਂਜੇ ਵਿੱਚ ਜ਼ਿਆਦਾਤਰ 1-2 ਮਿੰਟ ਵਿੱਚ ਸਾਰਾ ਕੁਝ ਮੁਕੰਮਲ ਹੋ ਜਾਂਦਾ ਹੈ। ਆਮ ਤੌਰ 'ਤੇ ਵੱਡੇ ਬੈਂਕਾਂ ਦੀ ਬੁਖਾਰੀ 2-3 ਭਾਂਤ ਦੀਆਂ ਚਾਬੀਆਂ ਨਾਲ ਖੁੱਲ੍ਹਦੀ ਹੈ ਜੋ ਅਲੱਗ-ਅਲੱਗ ਬੰਦਿਆਂ ਕੋਲ ਹੁੰਦੀਆਂ ਹਨ। ਇਸ ਕੰਮ ਨੂੰ ਕੁਝ ਸਮਾਂ ਲੱਗ ਜਾਂਦਾ ਹੈ। ਕਈ ਵਾਰ ਕਈ ਅਧਿਕਾਰੀ ਗੱਲ ਲੁਕੋ ਲੈਂਦੇ ਜਾਂ ਝੂਠ ਬੋਲ ਦਿੰਦੇ ਹਨ ਤਾਂ ਉਹਨਾਂ 'ਤੇ ਥੋੜ੍ਹੀ ਸਖਤੀ ਵੀ ਕਰਨੀ ਪੈਂਦੀ ਹੈ। 3-4 ਥਾਵਾਂ 'ਤੇ ਪਹਿਰੇਦਾਰ, ਮੈਨੇਜਰ ਜਾਂ ਖਜ਼ਾਨਚੀ ਦੇ ਥੱਪੜ ਘਸੁੰਨ ਮਾਰਨੇ ਪਏ ਤਾਂ ਕਿ ਉਹ ਸਥਿਤੀ ਦੀ ਗੰਭੀਰਤਾ ਨੂੰ ਸਮਝ ਜਾਣ। ਕਈ ਵਾਰ ਡਰ ਕਾਰਨ ਲੋਕੀ ਇੰਨੇ ਝਟਕੇ ਵਿੱਚ ਹੋ ਜਾਂਦੇ ਹਨ ਕਿ ਉਹਨਾਂ ਨੂੰ ਬੋਲਣਾ ਹੀ ਭੁੱਲ ਜਾਂਦਾ ਹੈ। ਉਹ ਆਪੇ ਤੋਂ ਬਾਹਰ ਹੋ ਕੇ ਹਰਕਤਾਂ ਕਰਨ ਲੱਗ ਪੈਂਦੇ। ਇਹੋ ਜਿਹੀ ਸਥਿਤੀ ਵਿੱਚ ਉਹਨਾਂ ਨੂੰ ਪਿਆਰ ਅਤੇ ਸਖਤੀ ਦੇ ਸੁਮੇਲ ਨਾਲ ਕਾਬੂ ਰੱਖਣਾ ਪੈਂਦਾ ਹੈ। ਜਦੋਂ ਅਸੀਂ ਲੋਕਾਂ ਨੂੰ ਕਾਬੂ ਕਰਕੇ ਇੱਕ ਥਾਂ ਇਕੱਠੇ ਕਰ ਲੈਂਦੇ ਸੀ ਤਾਂ ਸਾਡੇ ਵਿੱਚੋਂ ਇੱਕ ਜਣਾ ਉਹਨਾਂ ਨੂੰ ਨਿਮਰਤਾ ਅਤੇ ਸਪਸ਼ਟਤਾ ਨਾਲ ਸਮਝਾ ਦਿੰਦਾ ਸੀ ਕਿ ਸਾਡਾ ਮਕਸਦ ਸਿਰਫ ਇੱਥੋਂ ਪੈਸਾ ਲਿਜਾਣਾ ਹੈ। ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ। ਤੁਸੀਂ ਕੁਝ ਮਿੰਟਾਂ ਬਾਅਦ ਹੀ ਆਜ਼ਾਦ ਹੋ ਜਾਵੋਗੇ। ਪੰਜਾਬ ਵਿੱਚ ਅਸੀਂ ਉਹਨਾਂ ਨੂੰ ਸੱਚ ਦੱਸਦੇ ਸੀ ਕਿ ਅਸੀਂ ਖਾੜਕੂ ਹਾਂ ਅਤੇ ਅਸੀਂ ਤੁਹਾਡੇ ਵੈਰੀ ਨਹੀਂ, ਮਿੱਤਰ ਹਾਂ। ਸਾਡਾ ਸਰਕਾਰ ਨਾਲ ਵਿਰੋਧ ਹੈ, ਇਹ ਪੈਸਾ ਸਰਕਾਰ ਦਾ ਹੈ ਤਾਂ ਅਸੀਂ ਲਿਜਾ ਰਹੇ ਹਾਂ। ਲੋਕੀ ਬਹੁਤ ਛੇਤੀ ਸਮਝ ਜਾਂਦੇ ਸਨ, ਖੁਸ਼ ਹੁੰਦੇ ਸਨ ਅਤੇ ਰਾਹਤ ਵੀ ਮਹਿਸੂਸ ਕਰਦੇ ਸਨ। ਅਸੀਂ ਇਹ ਵੀ ਪੁੱਛਦੇ ਸੀ ਕਿ ਕਿਸੇ ਦਾ ਬਿਨਾਂ ਦਰਜ ਹੋਇਆ ਨਿੱਜੀ ਪੈਸਾ ਖਿੜਕੀ 'ਤੇ ਤਾਂ ਨਹੀਂ ਪਿਆ। ਦਿੱਲੀ ਵਿੱਚ ਇੱਕ ਬੈਂਕ ਮਾਂਜੇ ਸਮੇਂ ਇੱਕ ਖਿੜਕੀ ਉੱਪਰ ਕਿਸੇ ਦਾ 50,000 ਜਮ੍ਹਾਂ ਕਰਵਾਉਣ ਵਾਲਾ ਪਿਆ ਸੀ। ਅਸੀਂ ਉਸ ਨੂੰ ਮੋੜ ਦਿੱਤਾ। ਬੈਂਕ ਮਾਂਜੇ ਸਾਡਾ ਇਹ ਅਸੂਲ ਸੀ ਕਿ ਪੈਸੇ ਕਾਰਨ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਕਿਸੇ ਬੰਦੇ ਨੂੰ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਸਾਡੇ 'ਤੇ ਇਹ ਪਰਮਾਤਮਾ ਦੀ ਕਿਰਪਾ ਰਹੀ ਕਿ ਅਸੀਂ ਕਈ ਬੈਂਕਾਂ ਨੂੰ ਮਾਂਜੇ ਲਾਏ ਪਰ ਕਿਤੇ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਿਰਫ 2 ਥਾਂ 'ਤੇ ਗੋਲੀ ਚੱਲੀ ਪਰ ਉਹ ਵੀ ਸਿਰਫ ਡਰਾਉਣ ਲਈ। ਕੁਝ ਥਾਂ ਮੁਲਾਜ਼ਮ ਜਾਂ ਗਾਹਕਾਂ ਨਾਲ ਥੋੜ੍ਹੀ ਬਹੁਤ ਸਖਤੀ ਕਰਨੀ ਪਈ, ਨਹੀਂ ਤਾਂ ਸਭ ਥਾਂ ਸਾਰਾ ਕੁਝ ਠੀਕ ਮਾਹੌਲ ਵਿੱਚ ਹੁੰਦਾ ਰਿਹਾ। ਬੈਂਕ ਮਾਂਜਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਦੇਖਾ ਦੇਖੀ ਕਈਆਂ ਨੇ ਕੋਸ਼ਿਸ਼ ਕੀਤੀ ਜਿਸ ਕਾਰਨ ਜਾਨੀ ਨੁਕਸਾਨ ਵੀ ਹੋਏ ਅਤੇ ਕੰਮ ਵੀ ਸਫਲ ਨਹੀਂ ਹੋਇਆ। ਕਿਸੇ ਦੁਸ਼ਟ ਨੂੰ ਸੋਧਣ ਨਾਲੋਂ ਬੈਂਕ ਮਾਂਜਣਾ ਜ਼ਿਆਦਾ ਮੁਸ਼ਕਲ ਕੰਮ ਹੁੰਦਾ ਹੈ ਕਿਉਂਕਿ ਇੱਥੇ ਤੁਸੀਂ ਇੱਕ ਟੋਲੀ ਬਣਾ ਕੇ ਨੇਮਬੱਧ ਤਰੀਕੇ ਨਾਲ ਕੰਮ ਕਰਨਾ ਹੁੰਦਾ ਹੈ। ਕਿਸੇ ਨੂੰ ਕੁਝ ਕਹਿਣਾ ਵੀ ਨਹੀਂ, ਬਾਹਰ ਪਤਾ ਵੀ ਨਹੀਂ ਲੱਗਣ ਦੇਣਾ, ਗੋਲੀ ਵੀ ਨਹੀਂ ਚਲਾਉਣੀ ਤੇ ਇਹ ਕੰਮ ਕੁਝ ਸਮਾਂ ਵੀ ਲੈਂਦਾ ਹੈ। ਕਿਸੇ ਤੇ ਹਮਲਾ ਕਰਨ ਵਾਲੇ ਕੰਮ ਅਕਸਰ ਸੌਖੇ ਹੁੰਦੇ ਹਨ। ਜਿੱਥੇ ਤੁਸੀਂ ਸਿੱਧਾ ਹਮਲਾ ਕਰਦੇ ਹੋ ਤੇ ਫਿਰ ਬਚ ਕੇ ਨਿਕਲ ਜਾਂਦੇ ਹੋ। ਇੱਥੇ ਤੁਸੀਂ ਹਮਲਾ ਵੀ ਕਰਦੇ ਹੋ ਪਰ ਹਥਿਆਰ ਸਿਰਫ ਡਰਾਉਣ ਅਤੇ ਕਾਬੂ ਕਰਨ ਤੱਕ ਹੀ ਸੀਮਿਤ ਰੱਖਣਾ ਹੁੰਦਾ ਹੈ। ਉਹਨਾਂ ਨਾਲ ਗੱਲਾਂ ਵੀ ਕਰਨੀਆਂ ਹੁੰਦੀਆਂ ਹਨ, ਕੁਝ ਸਮਾਂ ਉਹਨਾਂ ਵਿੱਚ ਰਹਿਣਾ ਵੀ ਹੁੰਦਾ ਹੈ ਤੇ ਉਹ ਲੋਕ ਤੁਹਾਨੂੰ ਦੇਖ ਵੀ ਲੈਂਦੇ ਹਨ। ਜਦੋਂ ਅਸੀਂ 1985 ਵਿੱਚ ਰੂਪੋਸ਼ ਹੋਏ ਤਾਂ ਚਾਚਾ ਮਥਰਾ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਬਲਜਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਸ਼ਿੰਦੂ ਹੋਰਾਂ ਇਹਨਾਂ ਨਾਲ ਰਲ ਕੇ ਜਥਾ ਬਣਾਇਆ ਜੋ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਨਹੀਂ ਸੀ ਤੇ ਆਜ਼ਾਦ ਸੀ। ਉਦੋਂ ਅਸੀਂ ਸਾਰੇ ਘੋਨੇ ਸੀ ਤੇ ਅਸੀਂ ਪੰਜਾਬ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਵੀ ਕੰਮ ਕਰਦੇ ਸੀ। ਸਾਡੇ ਦਮਦਮੀ ਟਕਸਾਲ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਹੋਰ ਸਾਰੀਆਂ ਖਾੜਕੂ ਜਥੇਬੰਦੀਆਂ ਨਾਲ ਨੇੜਲੇ ਸੰਬੰਧ ਸਨ ਤੇ ਅਸੀਂ ਕੰਮਾਂ ਤੇ ਸਾਧਨਾਂ ਦੀ ਸਾਂਝ ਕਰਦੇ ਰਹਿੰਦੇ ਸੀ। ਸਾਡੇ ਰੂਪੋਸ਼ ਹੋਣ ਤੋਂ ਪਹਿਲਾਂ ਹੀ ਚਾਚਾ ਮਥਰਾ ਸਿੰਘ ਤੇ ਹਰਜਿੰਦਰ ਸਿੰਘ ਜਿੰਦੇ ਹੋਰੀ ਦਿੱਲੀ ਵਿੱਚ ਸਥਾਪਿਤ ਹੋ ਚੁੱਕੇ ਸਨ ਤੇ ਉਹਨਾਂ ਕੋਲ ਹਥਿਆਰ ਅਤੇ 18 ਸਨ। ਪਹਿਲਾਂ ਹੀ ਉਹ ਦਿੱਲੀ ਵਿੱਚ 2 ਬੈਂਕ ਮਾਂਜ ਚੁੱਕੇ ਸਨ। ਹਰਜਿੰਦਰ ਸਿੰਘ ਜਿੰਦਾ ਤੇ ਬਲਜਿੰਦਰ ਸਿੰਘ ਰਾਜੂ ਆਪਣੇ ਕਾਲਜ ਦੇ ਸਮੇਂ ਤੋਂ ਹੀ
ਦਿੱਲੀ ਵਿੱਚ ਆਉਂਦੇ ਜਾਂਦੇ ਸੀ ਤੇ ਇੱਥੋਂ ਦੇ ਬਹੁਤ ਭੇਤੀ ਸਨ। ਜਦੋਂ ਅਸੀਂ ਸਾਰੇ ਦਿੱਲੀ ਵਿੱਚ ਇਕੱਠੇ ਹੋਏ ਤਾਂ ਇਹ ਨਿਸ਼ਚਿਤ ਕੀਤਾ ਕਿ ਪੰਜਾਬ ਤੋਂ ਬਾਹਰਲੇ ਦੁਸ਼ਮਣ ਸੋਧੇ ਜਾਣ। ਪੈਸੇ ਲਈ ਅਸੀਂ ਇਹੋ ਹੀ ਫੈਸਲਾ ਕੀਤਾ ਕਿ ਅਸੀਂ ਕਿਸੇ ਤੇ ਨਿਰਭਰ ਨਹੀਂ ਰਹਾਂਗੇ। ਜਿਸ ਸਟੇਟ ਵਿਰੁੱਧ ਜੰਗ ਲੜ ਰਹੇ ਹਾਂ ਉਸ ਦੇ ਖਜ਼ਾਨੇ ਨੂੰ ਵੀ ਸੋਧਾਂਗੇ ਤੇ ਅਸੀਂ ਸਦਾ ਇੰਜ ਹੀ ਕੀਤਾ। ਅਸੀਂ ਆਪਣੇ ਸੰਪਰਕ ਵਿੱਚ ਆਏ ਹੋਰ ਸਿੰਘਾਂ ਅਤੇ ਜਥਿਆਂ ਦਾ ਵੀ ਲਗਾਤਾਰ ਵਿੱਤੀ ਮਦਦ ਕਰਦੇ ਰਹੇ। ਉਹਨਾਂ ਨੂੰ ਸਿੱਖਿਅਤ ਵੀ ਕੀਤਾ ਕਿ ਕਿਵੇਂ ਬੈਂਕ ਮਾਂਜਣੇ ਹਨ। ਜਿਵੇਂ ਖਾਲਿਸਤਾਨ ਕਮਾਂਡੋ ਫੋਰਸ ਵਾਲਿਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਤੇ ਜਲੰਧਰ ਵਿੱਚ ਬੈਂਕ ਹੌਲੇ ਕੀਤੇ, ਇਸੇ ਤਰ੍ਹਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਲੁਧਿਆਣੇ ਵਿੱਚ ਬੈਂਕ ਹੌਲੇ ਕੀਤੇ। ਜਦੋਂ ਅਸੀਂ ਪੰਥਕ ਕਮੇਟੀ, ਸਿੱਖ ਸਟੂਡੈਂਟ ਫੈਡਰੇਸ਼ਨ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਤੇ ਬਾਅਦ ਵਿੱਚ ਪੰਥਕ ਕਮੇਟੀ ਤੇ 4 ਜਥੇਬੰਦੀਆਂ ਦੀ ਏਕਤਾ ਹੋਈ ਤਾਂ ਅਸੀਂ ਵੀ ਲੋੜ ਅਨੁਸਾਰ ਬੈਂਕਾਂ ਮਾਂਜਦੇ ਰਹੇ। ਸਰਕਾਰ ਅਤੇ ਸਿੰਘਾਂ ਦੀ ਨਿਗਾਹ ਵਿੱਚ ਸਾਡਾ ਜਥਾ ਇਸ ਪੱਖੋਂ ਬਹੁਤ ਮਸ਼ਹੂਰ ਹੋ ਗਿਆ ਸੀ ਤੇ ਸਾਨੂੰ ਵੀ ਇੰਨੀ ਮੁਹਾਰਤ ਹੋ ਗਈ ਸੀ ਕਿ ਇਹ ਕੋਈ ਔਖਾ ਕੰਮ ਨਹੀਂ ਸੀ ਲੱਗਦਾ। ਇੱਕ ਵਾਰ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਤੇ ਬਲਜਿੰਦਰ ਸਿੰਘ ਰਾਜੂ ਦਿੱਲੀ ਵਿੱਚ ਬੈਂਕ ਲੱਭ ਰਹੇ ਸੀ ਕਿ ਅੱਗੋਂ ਇੱਕ ਐਸੀ ਥਾਂ ਤੇ ਬੈਂਕ ਮਿਲ ਗਿਆ ਕਿ ਉਹਨਾਂ ਨੇ ਤਜਰਬੇ ਦੇ ਹਿਸਾਬ ਨਾਲ ਉਸੇ ਦਿਨ ਹੀ ਉਹ ਬੈਂਕ ਹੌਲਾ ਕਰ ਦਿੱਤਾ। ਇੱਕ ਵਾਰ ਲੁਧਿਆਣੇ ਸਾਨੂੰ ਇੱਕਦਮ ਹਥਿਆਰਾਂ ਵਾਸਤੇ 3 ਲੱਖ ਰੁਪਇਆ ਚਾਹੀਦਾ ਸੀ। ਅਸੀਂ ਸ਼ਾਮ ਨੂੰ ਇੱਕ ਬੈਂਕ ਦੇਖਿਆ ਅਤੇ ਅਗਲੀ ਸਵੇਰ ਕਿਸੇ ਦਾ ਸਕੂਟਰ ਫੜ ਕੇ ਉਹ ਬੈਂਕ ਮਾਂਜ ਦਿੱਤਾ ਅਤੇ ਰਕਮ ਹਾਸਲ ਕਰ ਲਈ। ਜਦੋਂ ਦਿੱਲੀ ਵਿੱਚ ਸਖਤੀ ਵਧੀ ਤਾਂ ਅਸੀਂ ਸੋਚਿਆ ਕਿ ਹੁਣ ਦਿੱਲੀ ਵਿੱਚ ਬੈਂਕ ਨਹੀਂ ਮਾਂਜਣੇ, ਕਿਉਂਕਿ ਇੱਥੇ ਤਾਂ ਹੋਰ ਬਹੁਤ ਵੱਡੇ ਨਿਸ਼ਾਨੇ ਸਨ। ਇੱਕ ਵਾਰ ਸਾਨੂੰ ਅਹਿਮਦਾਬਾਦ ਬਾਰੇ ਕੁਝ ਜਾਣਕਾਰੀ ਮਿਲੀ। ਸਿਆਲ ਦੇ ਦਿਨ ਸਨ। ਸਾਡੇ 4 ਸਿੰਘ ਸ਼ਾਮ ਨੂੰ ਦਿੱਲੀ ਤੋਂ ਮਾਰੂਤੀ ਕਾਰ ਵਿੱਚ ਤੁਰੇ ਤੇ ਸਾਰੀ ਰਾਤ ਗੱਡੀ ਚਲਾ ਕੇ ਸਵੇਰੇ 9 ਵਜੇ ਅਹਿਮਦਾਬਾਦ ਪਹੁੰਚੇ। ਰਾਹ ਵਿੱਚ ਬੜੀ ਥਾਂ ਪੁਲਿਸ ਨਾਕੇ ਮਿਲੇ, ਪਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਰਾਹ ਵਿੱਚ ਢਾਬਿਆਂ ਤੇ ਆਮ ਹਾਲਤਾਂ ਦੀ ਤਰ੍ਹਾਂ ਹੀ ਖਾਧਾ ਪੀਤਾ। ਉੱਥੇ ਜਾ ਕੇ ਇੱਕ ਹੋਟਲ ਵਿੱਚ ਕਮਰਾ ਲਿਆ ਤੇ ਇੱਕ ਪੁਰਾਣਾ ਸਕੂਟਰ ਖਰੀਦਿਆ। ਇੱਕ ਬੈਂਕ ਦੇਖਿਆ, ਪਰ ਸ਼ਾਮ ਨੂੰ ਉੱਥੇ ਦੰਗੇ ਹੋ ਗਏ। ਸਵੇਰੇ ਫਿਰ ਸ਼ਹਿਰ ਖੁੱਲ੍ਹ ਗਿਆ ਤਾਂ ਸਕੂਟਰ ਤੇ ਜਾ ਕੇ ਬੈਂਕ ਮਾਂਜਿਆ। ਫਿਰ ਕਾਰ ਵਿੱਚ ਬੜੌਦੇ ਜਾ ਪਹੁੰਚੇ। ਉੱਥੋਂ ਹਰਜਿੰਦਰ ਸਿੰਘ ਜਿੰਦਾ ਤੇ ਬਲਜਿੰਦਰ ਸਿੰਘ ਰਾਜੂ ਕਾਰ ਰਾਹੀਂ ਦਿੱਲੀ ਨੂੰ ਚੱਲ ਗਏ ਤੇ ਸੁਖਵਿੰਦਰ ਸਿੰਘ ਸ਼ਿੰਦੂ ਤੇ ਸੁਖਦੇਵ ਸਿੰਘ ਸੁੱਖਾ ਪੈਸਾ ਤੇ ਹਥਿਆਰ ਅਟੈਚੀ ਵਿੱਚ ਪਾ ਕੇ ਰੇਲ ਰਾਹੀਂ ਤੜਕੇ ਨੂੰ ਦਿੱਲੀ ਪਹੁੰਚ ਗਏ। ਬੈਂਕ ਮਾਂਜੇ ਦੌਰਾਨ ਅੰਮ੍ਰਿਤਸਰ ਵਿੱਚ ਇੱਕ ਬੰਦੇ ਨੇ ਚੋਰੀ ਨਾਲ ਆਪਣਾ ਕਾਰਡ ਸਾਨੂੰ ਦੇ ਦਿੱਤਾ ਤੇ ਬਾਅਦ ਵਿੱਚ ਸਾਡੇ ਸਿੰਘ ਉਸ ਕੋਲ ਆਉਂਦੇ ਜਾਂਦੇ ਵੀ ਰਹੇ। ਇੱਕ ਥਾਂ ਤੇ ਇੱਕ ਬੀਬੀ ਨੇ ਸਾਨੂੰ ਸਾਰਿਆਂ ਨੂੰ ਪ੍ਰਸ਼ਾਦ ਵੀ ਦਿੱਤਾ ਜੋ ਉਹ ਗੁਰੂ ਘਰ ਤੋਂ ਲੈ ਕੇ ਆਈ ਸੀ। ਜਦੋਂ ਮੈਂ ਫੜਿਆ ਗਿਆ ਤਾਂ CBI ਵਾਲਿਆਂ ਨੇ ਮੈਨੂੰ ਦੱਸਿਆ ਕਿ ਬੈਂਕ ਦੇ ਮੁਲਾਜ਼ਮ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਏ। ਇੱਕ ਕੁੜੀ ਤਾਂ ਇੰਨੀ ਉਤਸ਼ਾਹਤ ਸੀ ਕਿ ਉਸ ਨੇ ਕਿਹਾ ਜੇ ਉਹ ਮੈਨੂੰ ਮਿਲ ਜਾਣ ਤਾਂ ਮੈਂ ਉਹਨਾਂ ਲਈ ਕੁਝ ਵੀ ਕਰ ਸਕਦੀ ਹਾਂ। ਤਕਰੀਬਨ ਸਭ ਥਾਈਂ ਸਾਡਾ ਲੋਕਾਂ ਨਾਲ ਵਿਹਾਰ ਬਹੁਤ ਵਧੀਆ ਰਿਹਾ ਅਤੇ ਉਹ ਸਾਡੇ ਹੱਕ ਵਿੱਚ ਹੀ ਭੁਗਤੇ। ਮੇਰੇ ਉੱਪਰ ਕੁਝ ਬੈਂਕ ਡਾਕਿਆਂ ਦੇ ਮੁਕੱਦਮੇ ਵੀ ਚੱਲੇ। ਭਾਵੇਂ ਹਾਲਾਤ ਬਦਲ ਗਏ ਸਨ, ਪਰ ਪੁਲਿਸ ਵਾਲਿਆਂ ਦੇ ਕਹਿਣ ਦੇ ਬਾਵਜੂਦ ਵੀ ਲੋਕਾਂ ਨੇ ਸਾਡੇ ਵਿਰੁੱਧ ਗਵਾਹੀ ਨਹੀਂ ਦਿੱਤੀ। ਪੰਜਾਬ ਤੋਂ ਬਾਹਰ ਸਾਡੇ ਵਿੱਚੋਂ ਇੱਕ ਜਣਾ ਜਿਹੜਾ ਵਧੀਆ ਹਿੰਦੀ ਜਾਂ ਅੰਗਰੇਜ਼ੀ ਬੋਲ ਲੈਂਦਾ ਸੀ, ਉਹ ਲੋਕਾਂ ਨੂੰ ਸਮਝਾਉਂਦਾ ਸੀ। ਉੱਥੇ ਅਸੀਂ ਇਹ ਗੱਲ ਕਹਿੰਦੇ ਸੀ ਕਿ ਇਹ ਪੈਸਾ ਗਰੀਬਾਂ ਦਾ ਹੈ ਜੋ ਅਮੀਰਾਂ ਨੇ ਲੁੱਟਿਆ ਹੈ ਅਤੇ ਅਸੀਂ ਇਸ ਨੂੰ ਲਿਜਾ ਕੇ ਕੋਈ ਜੁਰਮ ਨਹੀਂ ਕਰਦੇ। ਬਹੁਤੀ ਥਾਈਂ ਅਸੀਂ ਆਪਣੇ ਚਿਹਰੇ ਵੀ ਨਹੀਂ ਸੀ ਲੁਕਾਉਂਦੇ, ਪਰ ਕਈ ਵਾਰ ਬੈਂਕ ਦੇ ਅੰਦਰ ਜਾ ਕੇ ਆਪਣੇ ਮੂੰਹ ਰੁਮਾਲ ਮਫਲਰ ਨਾਲ ਢੱਕ ਲੈਂਦੇ ਸੀ। ਕਈ ਵਾਰ ਐਨਕਾਂ ਲਗਾ ਲੈਂਦੇ ਸੀ ਤੇ ਪੰਜਾਬ ਵਿੱਚ ਦਸਤਾਰ ਸਜਾ ਲੈਂਦੇ ਸੀ। ਲੁਧਿਆਣੇ ਬੈਂਕ ਮਾਂਜੇ ਵੇਲੇ ਇੱਕ ਬੰਦਾ ਇੰਨਾ ਘਬਰਾ ਗਿਆ ਕਿ ਉਹ ਪਾਗਲਾਂ ਵਾਂਗ ਭੱਜ ਕੇ ਬਾਹਰ ਆ ਗਿਆ ਜਿੱਥੇ ਕਾਫੀ ਲੋਕ ਖੜੇ ਸੀ। ਸਾਹਮਣੇ ਵੱਡੀ ਸੜਕ ਤੇ ਇੱਕ ਪੁਲਿਸ ਦੀ ਜੀਪ ਖੜੀ ਸੀ। ਸਾਡੇ ਸਿੰਘਾਂ ਨੇ ਹਾਲਾਤ ਨੂੰ ਬਹੁਤ ਤਹੱਮਲ ਨਾਲ ਸੰਭਾਲਿਆ। ਗੁਰਸ਼ਰਨ ਸਿੰਘ ਗਾਮਾ ਅਤੇ ਰਾਜਵਿੰਦਰ ਸਿੰਘ ਰਾਜੀ ਜੋ ਉਸ ਵੇਲੇ ਪੁਲਿਸ ਵਰਦੀ ਵਿੱਚ ਸਨ, ਉਹਨਾਂ ਨੇ ਉਸ ਬੰਦੇ ਨੂੰ ਆ ਕੇ ਢਾਹ ਲਿਆ ਅਤੇ ਉਸ ਨੂੰ ਮੂੰਹੋਂ ਕੁਝ ਨਹੀਂ ਬੋਲਣ ਦਿੱਤਾ ਅਤੇ ਇਸੇ ਤਰ੍ਹਾਂ ਫੜ ਕੇ ਦੁਬਾਰਾ ਅੰਦਰ ਲੈ ਗਏ। ਹਾਲੇ ਬੈਂਕ ਮਾਂਜਾ ਸ਼ੁਰੂ ਹੀ ਹੋਇਆ ਸੀ
ਅਤੇ ਇਸ ਨੇ ਘੰਟਾ ਭਰ ਚੱਲਣਾ ਸੀ। ਬਾਹਰ ਲੋਕੀ ਘੁਸਰ ਮੁਸਰ ਕਰਨ ਲੱਗ ਪਏ ਕਿ ਬੈਂਕ ਵਿੱਚ ਅੱਜ ਇਹ ਕੀ ਹੋ ਰਿਹਾ। ਉੱਥੇ ਹਰਜਿੰਦਰ ਸਿੰਘ ਜਿੰਦਾ ਐਨਕਾਂ ਲਾਈ ਇੱਕ ਹੀਰੋ ਵਾਂਗ ਆਇਆ ਅਤੇ ਲੋਕਾਂ ਨੂੰ ਸਮਝਾਉਣ ਲੱਗ ਪਿਆ ਕਿ ਉਸ ਬੰਦੇ ਨੇ ਬੈਂਕ ਦੇ ਪੈਸੇ ਦੇਣੇ ਹਨ, ਤੇ ਅੰਦਰ ਆ ਕੇ ਉਹ ਗੁੱਸੇ ਹੋ ਗਿਆ ਅਤੇ ਮੈਨੇਜਰ ਦੇ ਗਲ ਪੈ ਗਿਆ। ਪੁਲਿਸ ਵਾਲੇ ਉਸ ਨੂੰ ਫੜ ਕੇ ਲੈ ਗਏ ਹਨ। ਹੁਣ ਦੇਖੋ ਕੀ ਹੁੰਦਾ ਹੈ। ਇਸ ਤਰ੍ਹਾਂ ਸਾਰੀ ਸਥਿਤੀ ਫੇਰ ਠੀਕ ਹੋ ਗਈ। ਇੱਕ ਬੈਂਕ ਮਾਂਜੇ ਸਮੇਂ ਪਹਿਰੇਦਾਰ ਇੰਨਾ ਡਰ ਗਿਆ ਕਿ ਉੱਚੀ ਉੱਚੀ ਰੋਣ ਲੱਗ ਪਿਆ। ਸਾਨੂੰ ਉਸ ਦਾ ਮੂੰਹ ਤੇ ਬਾਹਾਂ ਬੰਨਣੀਆਂ ਪਈਆਂ। ਉਸ ਨੂੰ ਸਮਝਾਇਆ ਕਿ ਉਹਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ। ਇੱਕ ਵਾਰ ਜਲੰਧਰ ਵਿੱਚ ਕਾਰਵਾਈ ਦੌਰਾਨ 8-10 ਸਾਲ ਦਾ ਇੱਕ ਛੋਟਾ ਜਿਹਾ ਮੁੰਡਾ ਜੋ ਬੈਂਕ ਵਿੱਚ ਚਾਹ ਲਿਆਉਂਦਾ ਸੀ, ਉਹ ਸ਼ੈਤਾਨੀ ਨਾਲ ਬਾਹਰ ਨਿਕਲ ਗਿਆ ਅਤੇ ਸੜਕ ਤੋਂ ਪਾਰ ਆਪਣੇ ਢਾਬੇ ਵੱਲ ਨੂੰ ਭੱਜਣ ਲੱਗਿਆ। ਉਸ ਵਕਤ ਕੁਦਰਤੀ ਢਾਬੇ ਉੱਪਰ CRPF ਦੀ ਜੀਪ ਚਾਹ ਪੀਣ ਲਈ ਰੁਕੀ ਸੀ। ਹਰਜਿੰਦਰ ਸਿੰਘ ਜਿੰਦਾ ਬਾਹਰ ਉਹਦੇ ਪਿੱਛੇ ਭੱਜਦਾ ਹੋਇਆ ਗਿਆ, ਜਿਵੇਂ ਕੋਈ ਜਵਾਕ ਨਾਲ ਛੂਹਣ ਛੁਪਾਈ ਖੇਡ ਰਿਹਾ ਹੋਵੇ, ਅਤੇ ਉਸ ਬੱਚੇ ਨੂੰ ਕੁੱਛੜ ਚੁੱਕ ਕੇ ਵਾਪਸ ਲੈ ਆਇਆ। ਦੇਖਣ ਵਾਲਿਆਂ ਨੂੰ ਇੰਜ ਹੀ ਲੱਗਿਆ ਕਿ ਕੋਈ ਬੈਂਕ ਵਾਲਾ ਅਧਿਕਾਰੀ ਬੱਚੇ ਨਾਲ ਹਾਸਾ ਮਖੌਲ ਕਰ ਰਿਹਾ ਹੈ। ਇੱਕ ਵਾਰ ਲੁਧਿਆਣੇ ਦੇ ਬਹੁਤ ਹੀ ਭੀੜ ਭਰੇ ਅਤੇ ਸੁਰੱਖਿਆ ਵਾਲੇ ਇਲਾਕੇ ਵਿੱਚ ਮਾਂਜੇ ਦੌਰਾਨ ਬੈਂਕ ਤੋਂ ਬਾਹਰ ਖੜੇ 3-4 ਬੰਦਿਆਂ ਨੂੰ ਅੰਦਾਜ਼ਾ ਲੱਗ ਗਿਆ ਕਿ ਅੰਦਰ ਕਾਰਵਾਈ ਚੱਲ ਰਹੀ ਹੈ। ਚਾਚਾ ਮਥਰਾ ਸਿੰਘ ਉਹਨਾਂ ਦੇ ਕੋਲ ਜਾ ਕੇ ਖੜ ਗਿਆ ਅਤੇ ਉਹਨਾਂ ਨੂੰ ਆਪਣੀ ਡੱਬ ਦਾ ਪਿਸਤੌਲ ਦਿਖਾਇਆ ਅਤੇ ਕਿਹਾ ਕਿ ਤੁਸੀਂ ਇੰਜ ਹੀ ਖੜੇ ਰਹਿਣਾ ਅਤੇ ਮੇਰੇ ਨਾਲ ਗੱਲਾਂ ਕਰੀ ਜਾਣੀਆਂ। ਉਹ 5-7 ਮਿੰਟ ਉਸੇ ਤਰ੍ਹਾਂ ਖੜੇ ਰਹੇ ਜਦ ਤੱਕ ਕੰਮ ਪੂਰਾ ਨਹੀਂ ਹੋਇਆ। ਸਾਡੇ ਤੋਂ ਸਿਰਫ 50 ਕੁ ਗਜ ਦੀ ਦੂਰੀ ਤੇ ਚੌਂਕੀ ਵਿੱਚ CRPF ਦਾ ਪੱਕਾ ਨਾਕਾ ਲੱਗਾ ਹੋਇਆ ਸੀ। ਗੁਜਰਾਤ ਵਿੱਚ ਇੱਕ ਥਾਂ ਤੇ ਬੈਂਕ ਮਾਂਜਣ ਤੋਂ ਬਾਅਦ ਸਿੰਘ 2 ਅਤੇ 5-5 ਦੇ ਨੋਟਾਂ ਦੀਆਂ ਗੁੱਟੀਆਂ ਦਾ ਝੋਲਾ ਟੱਪਰੀ ਵਾਸਾਂ ਕੋਲ ਸੁੱਟ ਗਏ। ਇਸ ਬਾਰੇ ਉੱਥੋਂ ਦੀਆਂ ਅਖਬਾਰਾਂ ਵਿੱਚ ਚਰਚਾ ਹੋਈ। ਲੁਧਿਆਣੇ ਬੈਂਕ ਵਿੱਚ 7-8 ਮਜ਼ਦੂਰਾਂ ਨੇ ਬੋਰੀਆਂ ਵਿੱਚ ਪੈਸੇ ਭਰਨ ਅਤੇ ਬਾਹਰ ਗੱਡੀ ਵਿੱਚ ਰੱਖਣ ਵਿੱਚ ਮਦਦ ਕੀਤੀ। ਅਸੀਂ ਆਉਣ ਲੱਗੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿੰਨੇ ਚਾਹੋ ਪੈਸਾ ਚੁੱਕ ਲਵੋ। ਸਾਹਮਣੇ ਕਈ ਕਰੋੜ ਦੀ ਰਕਮ ਪਈ ਸੀ। ਦੋਵੇਂ ਥਾਵਾਂ ਤੇ ਇਹ ਮਿਹਨਤਕਸ਼ ਲੋਕਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਪੈਸਾ ਨਹੀਂ ਚੁੱਕਿਆ। ਸ਼ਾਇਦ ਉਹ ਆਪਣੀ ਹੱਕ ਦੀ ਕਮਾਈ ਵਿੱਚ ਯਕੀਨ ਰੱਖਦੇ ਸਨ, ਜਾਂ ਗੁਰਬਤ ਇੰਨੀ ਮਾਰੂ ਹੁੰਦੀ ਹੈ ਕਿ ਲੋਕਾਂ ਤੋਂ ਇਸ ਤੋਂ ਬਾਹਰ ਹੋ ਕੇ ਸੋਚਿਆ ਹੀ ਨਹੀਂ ਜਾਂਦਾ। ਜਿਸ ਹਕੂਮਤੀ ਢਾਂਚੇ ਨੇ ਉਹਨਾਂ ਨੂੰ ਗਰੀਬ ਬਣਾਇਆ ਹੁੰਦਾ ਹੈ, ਉਹ ਉਸ ਤੋਂ ਬਾਹਰ ਨਿਕਲ ਕੇ ਸੋਚਦੇ ਹੀ ਨਹੀਂ ਹੁੰਦੇ। ਬੰਬੇ ਵਿੱਚ ਸਾਡੇ ਜਥੇ ਨੇ ਕੋਈ 3-4 ਬੈਂਕ ਮਾਂਜੇ। ਇੱਕ ਬੈਂਕ ਬਿਲਕੁਲ ਫਿਲਮੀ ਅਦਾਕਾਰ ਧਰਮਿੰਦਰ ਦੇ ਘਰ ਦੇ ਕੋਲ ਸੀ। ਉੱਥੋਂ ਦੇ ਅਖਬਾਰਾਂ ਵਿੱਚ ਬਹੁਤ ਰੌਲਾ ਪੈ ਗਿਆ ਤੇ ਮਸ਼ਹੂਰੀ ਹੋ ਗਈ ਕਿ ਪੜ੍ਹਾਕੂ ਕਿਸਮ ਦੇ ਨੌਜਵਾਨ ਜੋ ਅੰਗਰੇਜ਼ੀ ਬੋਲਦੇ ਹਨ, ਬੜੇ ਆਰਾਮ ਨਾਲ, ਬੜੀ ਸਫਾਈ ਨਾਲ, ਬਿਨਾਂ ਕਿਸੇ ਮਾਰਾ-ਮਾਰੀ ਤੋਂ ਬੈਂਕ ਮਾਂਜ ਕੇ ਚਲੇ ਜਾਂਦੇ ਹਨ। ਉੱਥੋਂ ਦੇ ਅਖਬਾਰਾਂ ਵਿੱਚ ਸਾਡੇ ਇਹ ਕੰਮ ਬਾਰੇ ਕਈ ਰੋਬਨ ਹੁੱਡ ਵਰਗੀਆਂ ਕਹਾਣੀਆਂ ਛਪੀਆਂ ਤੇ ਅੱਗੇ ਜਾ ਕੇ ਕਿਸੇ ਫਿਲਮਕਾਰ ਨੇ ਇਹਨਾਂ ਕਾਰਵਾਈਆਂ ਤੇ ਆਧਾਰਿਤ ਕੋਈ ਫਿਲਮ ਵੀ ਬਣਾਈ। ਮੀਡੀਆ ਵਿੱਚ ਇਹ ਹਾਂ ਪੱਖੀ ਚਰਚਾ ਰਹੀ। ਅਸੀਂ ਤਾਂ ਉੱਥੋਂ ਆ ਗਏ, ਪਰ ਸਾਡੇ ਪਿੱਛੋਂ ਉੱਥੇ ਕੋਈ 9-10 ਬੈਂਕ ਹੋਰ ਮਾਂਜੇ ਗਏ। ਅਸੀਂ ਵੀ ਬੜੇ ਹੈਰਾਨ ਹੋਏ ਕਿ ਇਹ ਕੌਣ ਹੋ ਸਕਦੇ ਹਨ। ਕੁਝ ਸਮੇਂ ਬਾਅਦ ਉਹ ਬੰਦੇ ਫੜੇ ਗਏ ਕਿਉਂਕਿ ਆਪਸ ਵਿੱਚ ਪੈਸੇ ਦਾ ਰੌਲਾ ਪੈ ਗਿਆ। ਉਹ ਬੰਬੇ ਦੇ ਹੀ ਬਦਮਾਸ਼ ਸਨ। ਜਦੋਂ ਉਹਨਾਂ ਨੇ ਦੇਖਿਆ ਕਿ ਇੰਨੇ ਸੌਖੇ ਤਰੀਕੇ ਨਾਲ ਕੋਈ ਇਸ ਤਰ੍ਹਾਂ ਬੈਂਕ ਮਾਂਜ ਰਿਹਾ ਹੈ, ਤਾਂ ਉਹ ਵੀ ਬੈਂਕਾਂ ਨੂੰ ਪੈ ਨਿਕਲੇ। ਪਰ ਉਹਨਾਂ ਨੇ ਕਈ ਥਾਈਂ ਜਾਨੀ ਨੁਕਸਾਨ ਕੀਤਾ ਤੇ ਛੇਤੀ ਹੀ ਫੜੇ ਗਏ। ਮੈਨੂੰ ਯਾਦ ਹੈ ਕਿ ਇੱਕ ਵਾਰ ਅਸੀਂ ਸਾਰੇ ਹੀ ਬੈਠੇ ਸੰਘਰਸ਼ ਬਾਰੇ ਗੱਲਾਂ ਕਰ ਰਹੇ ਸੀ। ਭਵਿੱਖ ਬਾਰੇ ਤੇ ਹੋਰ ਨਿਸ਼ਾਨਿਆਂ ਬਾਰੇ ਗੱਲਾਂ ਕਰਦਿਆਂ ਚਾਚਾ ਮਥਰਾ ਸਿੰਘ ਨੇ ਦੱਸਿਆ ਕਿ ਕੈਨੇਡਾ ਅਮਰੀਕਾ ਵਾਲੇ ਸਿੰਘ ਆਪਾਂ ਨੂੰ ਇੱਥੇ ਪੈਸਾ ਭੇਜਣ ਨੂੰ ਤਿਆਰ ਹਨ ਤਾਂ ਕਿ ਸਾਨੂੰ ਬੈਂਕ ਨਾ ਮਾਂਜਣੇ ਪੈਣ। ਤਕਰੀਬਨ ਅਸੀਂ ਸਾਰਿਆਂ ਨੇ ਹੀ ਫੈਸਲਾ ਕੀਤਾ ਤੇ ਆਪਣੇ ਪੈਸੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਿਆ। ਸੁਖਵਿੰਦਰ ਸਿੰਘ ਸ਼ਿੰਦੂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਅਸੀਂ ਬਾਹਰਲਿਆਂ ਉੱਤੇ ਨਿਰਭਰ ਹੋ ਜਾਵਾਂਗੇ ਤੇ ਆਜ਼ਾਦ ਨਹੀਂ ਰਹਾਂਗੇ। ਸੁਖਦੇਵ ਸਿੰਘ ਦਾ ਖਿਆਲ ਸੀ ਕਿ ਦੁਸ਼ਮਣ ਤੋਂ ਖੋਹਣ ਦਾ ਹੱਕ ਕਦੇ ਨਹੀਂ ਛੱਡਣਾ ਚਾਹੀਦਾ। ਅਸੀਂ ਇਹੋ ਹੀ ਫੈਸਲਾ ਕੀਤਾ ਕਿ ਅਸੀਂ ਆਪਣੇ ਹਥਿਆਰਾਂ ਤੇ ਹੀ ਭਰੋਸਾ ਕਰਾਂਗੇ, ਕਿਸੇ ਤੋਂ ਪੈਸਾ ਨਹੀਂ ਲਵਾਂਗੇ। ਤੇ ਇੰਜ ਹੀ ਹੋਇਆ ਤੇ ਉਹ ਪੈਸਾ ਕਿਸੇ ਹੋਰ ਜ਼ਰੂਰਤਮੰਦ ਥਾਂ ਤੇ ਜਾਂਦਾ ਰਿਹਾ।
ਬੈਂਕ ਮਾਂਜੇ ਵਿੱਚ ਬੰਦਿਆਂ ਦੇ ਨਾਲ ਹੀ ਸਾਧਨ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ। ਲੁਧਿਆਣੇ ਬੈਂਕ ਵਿੱਚ ਵੱਡੀ ਕਾਰਵਾਈ ਵੇਲੇ ਇੱਕ ਟਰੱਕ, ਇੱਕ ਮੈਟਾਡੋਰ, 3 ਕਾਰਾਂ, 3 ਮੋਟਰਸਾਈਕਲ, ਇੱਕ ਸਕੂਟਰ ਤੇ ਇੱਕ ਸਾਈਕਲ ਦੀ ਜ਼ਰੂਰਤ ਪਈ ਸੀ। ਬੈਂਕ ਦੀ ਚੋਣ ਅਨੁਸਾਰ ਹੀ ਬੰਦੇ ਚੁਣੇ ਜਾਂਦੇ ਸੀ। ਸਾਡੇ ਨਾਲ ਤਾਂ ਸਾਰੇ ਹੀ ਬੰਦੇ ਹਰ ਕੰਮ ਵਿੱਚ ਤਜਰਬੇਕਾਰ ਸੀ, ਪਰ ਅਸੀਂ ਕਈ ਵਾਰ ਹੋਰਨਾਂ ਜਥਿਆਂ ਜਾਂ ਜਥੇਬੰਦੀਆਂ ਦੇ ਸਿੰਘਾਂ ਨੂੰ ਨਾਲ ਤਜਰਬੇ ਲਈ ਵੀ ਲੈ ਜਾਂਦੇ ਸੀ। ਲੁਧਿਆਣੇ ਇੱਕ ਵਾਰ ਦਰਸ਼ਨ ਸਿੰਘ ਡੱਲਾ ਬੈਂਕ ਮਾਂਜਾ ਦੇਖਣ ਲਈ ਸਾਡੇ ਨਾਲ ਗਿਆ ਕਿ ਕਿਵੇਂ ਸਭ ਕੁਝ ਹੁੰਦਾ ਹੈ। ਭਾਊ ਲਾਭ ਸਿੰਘ ਨੇ ਇੱਕ ਵਾਰ ਜ਼ੋਰ ਪਾਇਆ ਕਿ ਮੈਂ ਵੀ ਨਾਲ ਜਾ ਕੇ ਦੇਖਣਾ ਹੈ। ਉਸ ਵਕਤ ਉਹ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਸੀ ਅਤੇ ਉਸ ਉੱਪਰ ਕਿਸੇ ਵੀ ਕਾਰਵਾਈ ਵਿੱਚ ਜਾਣ ਤੋਂ ਰੋਕ ਲਾਈ ਹੋਈ ਸੀ। ਉਸ ਦੇ ਜ਼ੋਰ ਪਾਉਣ 'ਤੇ ਚਾਚਾ ਮਥੁਰਾ ਸਿੰਘ, ਸੁਖਵਿੰਦਰ ਸਿੰਘ ਸ਼ਿੰਦੂ ਤੇ ਹਰਜਿੰਦਰ ਸਿੰਘ ਜਿੰਦੇ ਨੇ ਕਿਹਾ ਕਿ ਹੁਣ ਆਪਾਂ ਨੂੰ ਭਾਊ ਦੀ ਮੰਨਣੀ ਹੀ ਪੈਣੀ ਹੈ। ਪਰ ਉਸ ਨੂੰ ਕਿਹਾ ਗਿਆ ਕਿ ਸਾਡੀ ਵੀ ਇੱਕ ਗੱਲ ਮੰਨਣੀ ਪੈਣੀ ਹੈ ਕਿ ਤੁਸੀਂ ਉੱਥੇ ਕੁਝ ਨਹੀਂ ਕਰਨਾ, ਬਸ ਇੱਕ ਗਾਹਕ ਵਾਂਗ ਹੀ ਵਿਚਰਨਾ ਹੈ। ਜਲੰਧਰ ਦੇ ਕਾਰੋਬਾਰੀ ਇਲਾਕੇ ਵਿੱਚ ਅਸੀਂ ਬੈਂਕ ਮਾਂਜਿਆ, ਜਿੱਥੋਂ 11 ਲੱਖ ਦੀ ਰਕਮ ਮਿਲੀ ਅਤੇ ਭਾਊ ਲਾਭ ਸਿੰਘ ਨੇ ਇਹ ਸਾਰਾ ਕੰਮ ਇੱਕ ਗਾਹਕ ਬਣ ਕੇ ਦੇਖਿਆ ਤੇ ਘਰ ਆ ਕੇ ਉਹ ਬਹੁਤ ਖੁਸ਼ ਹੋਇਆ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਭਾਗ ਦੂਜਾ, ਲੇਖਕ ਭਾਈ ਦਲਜੀਤ ਸਿੰਘ ਬਿੱਟੂ। ਤੁਸੀਂ ਸੁਣ ਰਹੇ ਸੀ ਇਸ ਪੁਸਤਕ ਦਾ ਭਾਗ 5ਵਾਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।